चलो स्टार्ट करते हैं। बी फर्स्ट ईयर लास्ट चैप्टर टॉपिक सिस्टम और प्रिंसिपल ऑफ रिप्रेजेंटेशन मतलब प्रतिनिधिता दियां प्रणालियां जां सिद्धांत। अच्छा, सिद्धांत मतलब हुंदा प्रिंसिपल्स, रिप्रेजेंटेशंस मतलब हुंदा वा प्रतिनिध। अच्छा, रिप्रेजेंटेटिव या रिप्रेजेंटेशंस ਦਾ ਮਤਲਬ ਹੁੰਦਾ ਵਾ ਕਿ ਜਦੋਂ ਅਸੀਂ ਆਪਣੇ ਕੈਂਡੀਡੇਟ ਸਿਲੈਕਟ ਕਰਦੇ ਆ ਨਾ ਉਹ ਰਿਪਰੈਜ਼ੈਂਟੇਟਿਵ ਹੁੰਦੇ ਆ। ਠੀਕ, ਰਿਪਰੈਜ਼ੈਂਟੇਸ਼ਨਸ ਉਸ ਨੂੰ ਬੋਲਿਆ ਜਾਂਦਾ ਹੈ। ਚਲੋ ਕਰਦੇ ਆ। ਕਹਿੰਦੇ ਅਸੀਂ ਜਾਣਦੇ ਆ ਕਿ ਅੱਜ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਵਾ ਡੈਮੋਕ੍ਰੇਸੀ ਦਾ ਟਾਈਮ ਪੀਰੀਅਡ ਹੈ। ਇਹਦੇ ਵਿੱਚ ਲੋਕ ਕਿੱਦਾਂ ਚੁਣੇ ਜਾਂਦੇ ਨੇ, ਯੂਨੀਵਰਸਲ ਅਡਲਟ ਫਰੈਂਚਾਈਜ਼ ਦੇ ਅਕੋਰਡਿੰਗ ਚੁਣੇ ਜਾਂਦੇ ਨੇ, ਉਹੀ ਸਾਰੇ ਸਿਸਟਮ ਨੂੰ ਚਲਾਉਂਦੇ ਨੇ। ਲੇਕਿਨ ਕਹਿੰਦੇ ਦੋ ਤਰ੍ਹਾਂ ਦੇ ਹੁੰਦੇ ਆ। ਪਹਿਲਾ ਪ੍ਰਿੰਸੀਪਲ ਆਫ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ, ਦੂਜਾ ਪ੍ਰਿੰਸੀਪਲ ਆਫ ਫੰਕਸ਼ਨਲ ਰਿਪਰੈਜ਼ੈਂਟੇਸ਼ਨ। ਪਹਿਲਾ ਕਿਹੜਾ ਵਾ ਪ੍ਰਦੇਸ਼ਿਕ ਪ੍ਰਤੀਨਿਧਤਾ ਦਾ ਸਿਧਾਂਤ, ਦੂਜਾ ਕਿਹੜਾ ਵਾ ਪੇਸ਼ਾਵਰ ਪ੍ਰਤੀਨਿਧਤਾ। ਦੇਖੋ ਦੋ ਤਰ੍ਹਾਂ ਦੇ ਆ, ਟੈਰੀਟੋਰੀਅਲ ਤੇ ਫੰਕਸ਼ਨਲ। ਇੱਕ ਤਾਂ ਹੈਗਾ ਟੈਰੀਟਰੀ ਦੇ ਬੇਸ ਤੇ, ਮਤਲਬ ਇਲੈਕਸ਼ਨਸ ਕਿੱਦਾਂ ਹੁੰਦੀਆਂ ਨੇ ਟੈਰੀਟੋਰੀਅਲ ਦੇ ਬੇਸ ਤੇ। ਟੈਰੀਟੋਰੀਅਲ ਮਤਲਬ ਇਲਾਕਾ, ਮਤਲਬ ਇਲਾਕੇ ਦੇ ਬੇਸ ਤੇ ਕੀ ਕਰਵਾਈਆਂ ਜਾਂਦੀਆਂ ਨੇ, ਇਲਾਕੇ ਦੇ ਬੇਸ ਤੇ ਚੋਣਾਂ ਕਰਵਾਈਆਂ ਜਾਂਦੀਆਂ ਨੇ। ਦੂਜਾ ਮੈਂ ਬੋਲਿਆ ਫੰਕਸ਼ਨ ਰਿਪਰੈਜ਼ੈਂਟੇਟਿਵ, ਮਤਲਬ ਫੰਕਸ਼ਨ ਦੇ ਬੇਸ ਤੇ, ਮਤਲਬ ਕੰਮ ਦੇ ਬੇਸ ਤੇ ਇਲੈਕਸ਼ਨਸ ਕਰਵਾਈਆਂ ਜਾਂਦੀਆਂ ਨੇ। ਠੀਕ ਹੈ, ਸੋ ਕੁਐਸਚਨ ਤੋਂ ਹੀ ਉਹਨਾਂ ਦੇ ਆਨਸਰ ਸਮਝ ਲਈਦੇ ਹੁੰਦੇ ਆ। ਚਲੋ ਸਭ ਤੋਂ ਪਹਿਲਾਂ ਤਾਂ ਕਰਨਾ ਹੈਗਾ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ। ਕਹਿੰਦੇ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਦਾ ਮੀਨਿੰਗ ਕੀ ਹੈ? ਅਸੀਂ ਕਵਾਂਗੇ ਜਦੋਂ ਕੋਈ ਪਰਸਨ ਕਿਸੇ ਇੱਕ ਫਿਕਸਡ ਏਰੀਆ ਦੇ ਵਿੱਚ ਰਹਿੰਦਾ ਹੋਵੇ, ਠੀਕ ਹੈ, ਤੇ ਲੋਕ ਉਸਨੂੰ ਸਿਲੈਕਟ ਕਰ ਲੈਂਦੇ ਨੇ, ਠੀਕ ਹੈ, ਉਹ ਹੁੰਦਾ ਟੈਰੀਟੋਰੀਅਲ। ਮਤਲਬ ਕੀ ਕਹਿੰਦੇ ਕਿ ਜਨਸੰਖਿਆ ਦੇ ਆਧਾਰ ਤੇ ਇੱਕ ਬੰਦਾ ਉੱਥੇ ਨਿਯੁਕਤ ਕਰ ਦਿੱਤਾ ਜਾਂਦਾ, ਅਪੁਆਇੰਟ ਕਰ ਦਿੱਤਾ ਜਾਂਦਾ ਵਾ। ਠੀਕ ਹੈ, ਤੇ ਉਹ ਪਰਸਨ ਦੇ ਅਕੋਰਡਿੰਗ ਫਿਰ ਜਿਹੜਾ ਹੈਗਾ ਵਾ ਸਿਸਟਮ ਬਣਦਾ ਵਾ। ਮਤਲਬ ਜਿੱਦਾਂ ਇੱਕ ਇਲਾਕਾ ਮੰਨ ਲਓ, ਉਹਦੇ ਵਿੱਚ ਅਸੀਂ ਆਪਣਾ ਇੱਕ ਬੰਦਾ ਖੜਾ ਕਰਤਾ, ਠੀਕ ਹੈ, ਤੇ ਉਹਦਾ ਮਤਲਬ ਕੀ ਹੈ, ਉਹ ਪਰਸਨ ਉਸ ਪ੍ਰਦੇਸ਼ ਦੇ ਵਿੱਚੋਂ ਇਲੈਕਟ ਕੀਤਾ ਗਿਆ ਵਾ, ਉਸ ਟੈਰੀਟੋਰੀਅਲ ਇਲਾਕੇ ਦੇ ਵਿੱਚੋਂ ਰਿਪਰੈਜ਼ੈਂਟ ਕੀਤਾ ਗਿਆ ਵਾ। ਕਹਿੰਦੇ ਮੋਸਟਲੀ ਕਹਿੰਦੇ ਅਸੀਂ ਦੇਖਦੇ ਹਾਂ ਇਲੈਕਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਜੀਓਗ੍ਰਾਫੀਕਲ ਬੇਸ ਤੇ ਕੀਤੀਆਂ ਜਾਂਦੀਆਂ ਨੇ, ਲੇਕਿਨ ਟਾਈਮ ਟੂ ਟਾਈਮ ਉਹਨਾਂ ਦੇ ਵਿੱਚ ਚੇਂਜਸ ਵੀ ਆਉਂਦੀਆਂ ਰਹਿੰਦੀਆਂ ਨੇ। ਸਿੰਗਲ ਮੈਂਬਰ ਕਨਸਟੀਟਿਊਸ਼ਨਸ, ਕਹਿੰਦੇ ਇੱਕ ਮੈਂਬਰੀ ਚੋਣ ਖੇਤਰ। ਕਹਿੰਦੇ ਜਿਹੜਾ ਸਾਡਾ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਹੈ ਨਾ, ਕਹਿੰਦੇ ਇਹ ਇੱਕ ਮੈਂਬਰੀ ਚੋਣ ਖੇਤਰ ਆ। ਮਤਲਬ ਕਹਿੰਦੇ ਭਾਰਤ ਦੇ ਵਿੱਚ ਜਿੱਦਾਂ ਲੋਕ ਸਭਾ ਤੇ ਸਟੇਟ ਲੈਜਿਸਲੇਟਿਵ ਦੇ ਅਸੈਂਬਲੀਜ਼ ਹੁੰਦੀਆਂ ਨੇ ਨਾ, ਕਹਿੰਦੇ ਇਹਦੇ ਵਿੱਚੋਂ ਨਾ ਇੱਕ ਇੱਕ ਮੈਂਬਰ ਸਿਲੈਕਟ ਕੀਤਾ ਜਾਂਦਾ ਇਲੈਕਸ਼ਨ ਦੇ ਟਾਈਮ ਪੀਰੀਅਡ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਮਲਟੀ ਮੈਂਬਰ ਕਨਸਟੀਟਿਊਸ਼ਨ। ਕਹਿੰਦੇ ਬਹੁ ਮੈਂਬਰੀ ਚੋਣ ਖੇਤਰ ਵਿੱਚੋਂ ਇੱਕ ਤੋਂ ਵੱਧ ਪ੍ਰਤੀਨਿਧ ਚੁਣੇ ਜਾਂਦੇ ਆ। ਮਤਲਬ ਇੱਕ ਏਰੀਆ ਦੇ ਵਿੱਚੋਂ, ਮੈਨੇ ਬੋਲਿਆ ਪਹਿਲਾਂ ਇੱਕ ਮੈਂਬਰ ਹੀ ਬੋਲਿਆ ਸੀ, ਸਿੰਗਲ ਮੈਂਬਰ ਬੋਲਿਆ ਸੀ, ਇੱਕ ਏਰੀਆ ਦੇ ਵਿੱਚੋਂ ਇੱਕੋ ਹੀ ਮੈਂਬਰ ਲਿਆ ਜਾਏਗਾ। ਹੁਣ ਮੈਂ ਮਲਟੀ ਮੈਂਬਰ ਬੋਲ ਰਹੀ ਹਾਂ, ਇਹਦਾ ਮਤਲਬ ਹੈ ਇੱਕ ਏਰੀਆ ਦੇ ਵਿੱਚੋਂ ਦੋ ਜਾਂ ਦੋ ਤੋਂ ਜ਼ਿਆਦਾ ਮੈਂਬਰ ਲਏ ਜਾਣਗੇ। ਕਲੀਅਰ? ਹੁਣ ਹੈਗਾ ਮੈਰਿਟਸ ਆਫ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਸਿਸਟਮ। ਕਹਿੰਦੇ ਪ੍ਰਦੇਸ਼ਕ ਪ੍ਰਤੀਨਿਧਤਾ ਪ੍ਰਣਾਲੀ ਦੇ ਗੁਣ ਲਿਖੋ। ਮਤਲਬ ਟੈਰੀਟੋਰੀਅਲ ਦੇ ਹੁਣ ਅਸੀਂ ਗੁਣ ਲਿਖਣੇ ਆ, ਮੈਰਿਟਸ ਲਿਖਣੇ ਆ ਕਿ ਇਹ ਸਿਸਟਮ ਚੰਗਾ ਹੈ ਕਿ ਬੁਰਾ। ਅੱਛਾ, ਦੁਬਾਰਾ ਮੈਂ ਥੋੜਾ ਜਿਹਾ ਬੋਲੂੰਗੀ ਕਿ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਦਾ ਮਤਲਬ ਹੈ ਕਿਸੇ ਇੱਕ ਏਰੀਆ ਦੇ ਵਿੱਚੋਂ ਇੱਕ ਪਰਸਨ ਸਿਲੈਕਟ ਕਰ ਲੈਣਾ, ਹੁਣ ਉਹਦੇ ਮੈਰਿਟਸ ਕਰਨੇ ਨੇ। ਕਹਿੰਦੇ ਇਟ ਇਜ਼ ਅ ਸਿੰਪਲ ਸਿਸਟਮ। ਕਹਿੰਦੇ ਬੜਾ ਸਿੰਪਲ ਜਿਹਾ ਸਿਸਟਮ ਆ, ਲੋਕ ਈਜ਼ੀਲੀ ਇਹਨੂੰ ਸਮਝ ਪਾਉਂਦੇ ਆ। ਠੀਕ ਹੈ, ਜਿਹੜਾ ਪਰਸਨ ਜ਼ਿਆਦਾ ਵੋਟਾਂ ਲੈ ਲੈਂਦਾ ਵਾ ਉਹਨੂੰ ਇਲੈਕਸ਼ਨ ਦੇ ਵਿੱਚ ਵਿਨਰ ਬਣਾ ਦਿੱਤਾ ਜਾਂਦਾ ਵਾ। ਪ੍ਰਮੋਟ ਯੂਨਿਟੀ, ਕਹਿੰਦੇ ਇਦਾਂ ਇਹਦੇ ਨਾਲ ਏਕਤਾ ਨੂੰ ਬੜਾਵਾ ਮਿਲਦਾ ਰਹਿੰਦਾ ਵਾ। ਹੁਣ ਦੇਖੋ ਸਾਡੇ ਦੇਸ਼ ਦੇ ਵਿੱਚ ਵੱਖਰੇ ਜਾਤਾਂ, ਧਰਮਾਂ, ਨਸਲਾਂ ਦੇ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ, ਲੇਕਿਨ ਜਦੋਂ ਅਸੀਂ ਜਿਹੜਾ ਕੈਂਡੀਡੇਟ ਹੈ ਉਹ ਅਸੀਂ ਇੱਕੋ ਹੀ ਥਾਂ ਤੋਂ ਲਵਾਂਗੇ,
ਹੈ ਨਾ, ਇੱਕੋ ਹੀ ਏਰੀਆ ਦੇ ਵਿੱਚੋਂ ਲਵਾਂਗੇ। ਹੁਣ ਉਸ ਏਰੀਆ ਦੇ ਵਿੱਚ ਤਾਂ ਵੱਖਰੇ ਵੱਖਰੇ ਜਾਤਾਂ, ਧਰਮਾਂ, ਨਸਲਾਂ ਦੇ ਲੋਕ ਰਹਿੰਦੇ ਨੇ। ਜਦੋਂ ਅਸੀਂ ਪਰਸਨ ਲੈ ਚੁੱਕੇ ਹੈਗੇ ਆ ਇੱਕ ਏਰੀਆ ਦੇ ਵਿੱਚੋਂ ਇੱਕ, ਇਹਦਾ ਮਤਲਬ ਆ ਕਿ ਅਸੀਂ ਯੂਨਿਟੀ ਬਣਾਉਣ ਦਾ ਕੰਮ ਕਰ ਰਹੇ ਹਾਂ। ਠੀਕ, ਹੁਣ ਸਾਰੇ ਲੋਕ ਮਿਲ ਕੇ ਕਿਸੇ ਇੱਕ ਪਰਸਨ ਨੂੰ ਵੋਟਾਂ ਦੇਣਗੇ ਕਿਉਂਕਿ ਅਸੀਂ ਕੈਂਡੀਡੇਟ ਖੜਾ ਕੀਤਾ ਹੋਇਆ ਵਾ, ਹੈ ਨਾ। ਕਹਿੰਦੇ ਕਲੋਜ਼ ਰਿਲੇਸ਼ਨਸ਼ਿਪ ਬਿਟਵੀਨ ਰਿਪਰੈਜ਼ੈਂਟੇਟਿਵ ਐਂਡ ਦਾ ਵੋਟਰਸ। ਕਹਿੰਦੇ ਜਿਹੜੇ ਵੋਟ ਦਿੰਦੇ ਆ ਤੇ ਜਿਹੜੇ ਰਿਪਰੈਜ਼ੈਂਟ ਹੁੰਦੇ ਆ, ਮਤਲਬ ਜਿਹੜੇ ਪਰਸਨ ਸਿਲੈਕਟ ਹੋ ਜਾਂਦੇ ਆ, ਕਹਿੰਦੇ ਉਹਨਾਂ ਦੇ ਵਿਚਕਾਰ ਕਲੋਜ਼ ਰਿਲੇਸ਼ਨ ਹੁੰਦਾ ਵਾ। ਠੀਕ ਹੈ, ਮਤਲਬ ਆਪਣੇ ਇਲਾਕੇ ਵਿੱਚ ਰਹਿਣ ਵਾਲੇ ਪਰਸਨ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਾਂ ਤੇ ਅਸੀਂ ਉਹਨੂੰ ਬਿਨਾਂ ਝਿਜਕ ਤੇ ਮਿਲ ਜਾਂਦੇ ਹਾਂ। ਠੀਕ ਹੈ, ਅਸੀਂ ਕਰ ਰਹੇ ਹਾਂ ਇਲੈਕਸ਼ਨ ਦਾ ਇੱਕ ਮੈਥਡ ਜਿਹਦਾ ਨਾਮ ਆ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ, ਮਤਲਬ ਪ੍ਰਦੇਸ਼ਕ ਪ੍ਰਤੀਨਿਧਤਾ। ਮਤਲਬ ਇੱਕ ਏਰੀਆ ਦੇ ਵਿੱਚੋਂ ਇੱਕ ਪਰਸਨ ਨੂੰ ਜਦੋਂ ਸਿਲੈਕਟ ਕਰ ਲਿਆ ਜਾਂਦਾ ਵਾ, ਠੀਕ ਹੈ, ਉਸਨੂੰ ਕਹਿੰਦੇ ਆ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ। ਮਤਲਬ ਜਨਸੰਖਿਆ ਦੇ ਆਧਾਰ ਤੇ, ਵੈਰੀ ਗੁੱਡ ਮਾਰਨਿੰਗ ਜੀ, ਜਨਸੰਖਿਆ ਦੇ ਆਧਾਰ ਤੇ ਸਾਰੇ ਪ੍ਰਦੇਸ਼ ਨੂੰ ਨਾ ਇੱਕ ਸਮਾਨ ਏਰੀਆ ਦੇ ਵਿੱਚ ਵੰਡ ਲਿਆ ਜਾਂਦਾ। ਹਰੇਕ ਏਰੀਆ ਦੇ ਵਿੱਚੋਂ ਇੱਕ ਇੱਕ ਪਰਸਨ ਜਿਹੜਾ ਹੈਗਾ ਵਾ ਉਹਨੂੰ ਸਿਲੈਕਟ ਕੀਤਾ ਜਾਂਦਾ ਵਾ। ਲੋਕ ਆਪਣੀ ਪਸੰਦ ਦਾ ਪ੍ਰਤੀਨਿਧੀ ਦੇ ਵਿੱਚੋਂ ਚੁਣ ਲੈਂਦੇ ਆ। ਕਹਿੰਦੇ ਫੁਲਫਿਲਮੈਂਟ ਆਫ ਦਾ ਲੋਕਲ ਨੀਡਸ। ਕਹਿੰਦੇ ਏਦਾਂ ਨਾ ਜਦੋਂ ਇੱਕ ਏਰੀਆ ਦੇ ਵਿੱਚੋਂ ਇੱਕੋ ਹੀ ਪ੍ਰਤੀਨਿਧ ਸਿਲੈਕਟ ਕੀਤਾ ਜਾਂਦਾ, ਉਹ ਵਿਨਰ ਵੀ ਬਣ ਜਾਂਦਾ ਵਾ। ਤੇ ਕਹਿੰਦੇ ਇਹਦੇ ਨਾਲ ਕੀ ਹੁੰਦਾ ਵਾ, ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ। ਕਿਉਂਕਿ ਜਦੋਂ ਅਸੀਂ ਪਰਸਨ ਨੂੰ ਸਿਲੈਕਟ ਕਰਦੇ ਆ ਨਾ ਤੇ ਉਹ ਪਰਸਨ ਜਦੋਂ ਸਾਡੇ ਏਰੀਆ ਦਾ ਵਿਨਰ ਬਣ ਜਾਂਦਾ, ਉਹ ਸੋਚਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੈਂ ਆਪਣੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਾਂ ਤਾਂ ਜੋ ਇਲੈਕਸ਼ਨ ਨੈਕਸਟ ਟਾਈਮ ਦੇ ਵਿੱਚ ਆਊਗਾ ਤੇ ਇਹ ਲੋਕ ਮੈਨੂੰ ਦੁਬਾਰਾ ਫਿਰ ਸਿਲੈਕਟ ਕਰ ਲੈਣ। ਪੋਸਿਬਿਲਿਟੀ ਆਫ ਮੋਰ ਪ੍ਰੋਗਰੈਸ। ਕਹਿੰਦੇ ਜਦੋਂ ਪ੍ਰਦੇਸ਼ਕ ਪ੍ਰਤੀਨਿਧ ਮਤਲਬ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਸਿਸਟਮ ਹੁੰਦਾ ਵਾ ਨਾ, ਇਹਦੇ ਨਾਲ ਡਿਵੈਲਪਮੈਂਟ ਬਹੁਤ ਹੁੰਦੀ ਆ। ਕਿਉਂਕਿ ਕਹਿੰਦੇ ਹਰ ਇੱਕ ਜਿਹੜਾ ਰਿਪਰੈਜ਼ੈਂਟੇਟਿਵ ਹੁੰਦਾ ਵਾ ਉਹ ਆਪਣੇ ਆਪਣੇ ਏਰੀਆ ਦਾ ਵੱਧ ਤੋਂ ਵੱਧ ਵਿਕਾਸ ਕਰਦਾ ਵਾ, ਆਪਣੇ ਏਰੀਆ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਵੈਲਪ ਕਰਦਾ ਵਾ ਤਾਂ ਜੋ ਮਤਲਬ ਆਉਣ ਵਾਲੀਆਂ ਇਲੈਕਸ਼ਨ ਦੇ ਟਾਈਮ ਪੀਰੀਅਡ ਦੇ ਵਿੱਚ ਉਹਨੂੰ ਦੁਬਾਰਾ ਪਰਸਨ ਨੂੰ ਸਿਲੈਕਟ ਕੀਤਾ ਜਾਵੇ। ਉਸ ਤੋਂ ਬਾਅਦ ਹੈ ਡੀਮੈਰਿਟਸ। ਕਹਿੰਦੇ ਡੀਮੈਰਿਟਸ ਦੱਸੋ। ਡਿਫਰੈਂਟ ਇੰਟਰਸਟ ਡੂ ਨਾਟ ਗੈਟ ਪ੍ਰੋਪਰ ਰਿਪਰੈਜ਼ੈਂਟੇਸ਼ਨ। ਕਹਿੰਦੇ ਸਾਡੇ ਏਰੀਆ ਦੇ ਵਿੱਚ ਤਾਂ ਹੁਣ ਬੜੇ ਤਰ੍ਹਾਂ ਦੇ ਲੋਕ ਰਹਿੰਦੇ ਨੇ, ਕੁਝ ਲੇਬਰ ਨੇ, ਕੁਝ ਫਾਰਮਰ ਨੇ, ਕੁਝ ਇੰਡਸਟਰੀ ਨਾਲ ਰਿਲੇਟਡ ਨੇ, ਕੁਝ ਮਰਚੈਂਟ ਨੇ, ਕੁਝ ਟੀਚਰ ਨੇ, ਕੁਝ ਡਾਕਟਰ ਨੇ, ਕੁਝ ਇੰਜੀਨੀਅਰ ਨੇ, ਕੁਝ ਸਿਵਲ ਸਰਵਿਸਿਜ਼ ਦੇ ਪਰਸਨ ਨੇ। ਠੀਕ ਹੈ, ਤਾਂ ਬਹੁਤ ਤਰ੍ਹਾਂ ਦੇ ਕਹਿੰਦੇ ਲੋਕ ਰਹਿੰਦੇ ਨੇ। ਤੇ ਜੇ ਤੁਸੀਂ ਸਾਰੇ ਤਰ੍ਹਾਂ ਦੇ ਲੋਕਾਂ ਦੇ ਲਈ ਬਸ ਇੱਕੋ ਹੀ ਪਰਸਨ ਸਿਲੈਕਟ ਕਰ ਰਹੇ ਹੈਗੇ ਹੋ ਤੇ ਉਹ ਪਰਸਨ ਤਾਂ ਕਿਸੇ ਨੂੰ ਵੀ ਉਹਨਾਂ ਦੇ ਬਿਹਾਫ ਤੇ ਜੋ ਉਹਨਾਂ ਨੂੰ ਚਾਹੀਦਾ ਉਹ ਦੇ ਹੀ ਨਹੀਂ ਪਾਏਗਾ, ਕਿਉਂਕਿ ਇੱਕ ਪਰਸਨ ਸਾਰੀਆਂ ਪ੍ਰੋਬਲਮਸ ਨੂੰ ਥੋੜੀ ਨਾ ਸਮਝ ਸਕਦਾ ਹੈ। ਦੂਸਰਾ ਹੈਗਾ ਐਨਕਰੇਜ ਦਾ ਫੀਲਿੰਗ ਆਫ ਦਾ ਰੀਜਨਲਿਜ਼ਮ। ਕਹਿੰਦੇ ਏਦਾਂ ਤਾਂ ਤੁਸੀਂ ਜਿਹੜਾ ਹੈਗਾ ਵਾ ਰੀਜਨਲਿਜ਼ਮ ਨੂੰ ਜਨਮ ਦਿੰਦੇ ਹੋ। ਰੀਜਨਲਿਜ਼ਮ ਮਤਲਬ ਖੇਤਰਵਾਦ ਨੂੰ, ਕਿ ਇੱਕ ਏਰੀਆ ਦਾ ਪਰਸਨ ਹੈ, ਜਸਟ ਇੱਕ ਪਰਸਨ ਸਿਲੈਕਟ ਕਰ ਲਿਆ ਤੇ ਉਹ ਆਪਣੇ ਹੀ ਏਰੀਆ ਨੂੰ ਡਿਵੈਲਪ ਕਰੀ ਜਾ ਰਿਹਾ ਹੈ, ਆਪਣੇ ਏਰੀਆ ਨੂੰ ਬਣਾਈ ਜਾ ਰਿਹਾ ਵਾ। ਸੋ ਅਸੀਂ ਕਵਾਂਗੇ ਏਦਾਂ ਤਾਂ ਤੁਸੀਂ ਕਿਸ ਨੂੰ ਜਨਮ ਦੇ ਰਹੇ ਹੈਗੇ ਹੋ, ਇੱਕ ਏਰੀਆ ਨੂੰ ਐਨਕਰੇਜ ਕਰ ਰਹੇ ਹੈਗੇ ਹੋ। ਮਿਨੋਰਿਟੀ ਡੂ ਨਾਟ ਗੈਟ ਪ੍ਰੋਪਰ ਰਿਪਰੈਜ਼ੈਂਟੇਸ਼ਨ। ਕਹਿੰਦੇ ਘੱਟ ਗਿਣਤੀ ਨੂੰ ਉਚਿਤ ਪ੍ਰਤੀਨਿਧਤਾ ਨਹੀਂ ਪ੍ਰਾਪਤ ਹੁੰਦੀ। ਕਹਿੰਦੇ ਸਾਡੇ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਨੇ ਜਿਹੜੇ ਕਿ ਬਹੁਤ ਥੋੜੇ ਜਿਹੇ ਨੇ। ਠੀਕ ਹੈ, ਮਤਲਬ ਜਿੱਦਾਂ ਮੁਸਲਮਾਨ ਥੋੜੇ ਜਿਹੇ ਨੇ, ਈਸਾਈ ਥੋੜੇ ਜਿਹੇ ਨੇ। ਕਹਿੰਦੇ ਜਦੋਂ ਅਸੀਂ ਸਿਰਫ ਇੱਕੋ ਪਰਸਨ ਸਿਲੈਕਟ ਕਰ ਲਿਆ ਕਿਸੇ ਏਰੀਆ ਦੇ ਵਿੱਚੋਂ, ਹੈ ਨਾ, ਕਹਿੰਦੇ ਫਿਰ ਉਹ ਪਰਸਨ ਤਾਂ ਸਾਡੇ ਬੈਨੀਫਿਟਸ ਦੇ ਲਈ ਕੰਮ ਹੀ ਨਹੀਂ ਕਰ ਸਕੇਗਾ। ਹੋ ਸਕਦਾ ਮਤਲਬ ਮਿਨੋਰਿਟੀ ਕਲਾਸ ਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਪੈਂਦੀ ਹੋਵੇ ਤੇ ਉਹ ਮਿਨੋਰਿਟੀ ਕਲਾਸ ਦੀ ਪ੍ਰੋਟੈਕਸ਼ਨ ਨਹੀਂ ਕਰ ਸਕਦਾ। ਠੀਕ ਹੈ, ਸੋ ਇਸ ਲਈ ਜਿੱਥੇ ਬਹੁਤ ਸਾਰੇ ਲੋਕ ਰਹਿੰਦੇ ਨੇ ਉੱਥੇ ਜਸਟ ਇੱਕ ਪਰਸਨ ਨੂੰ ਚੁਣ ਕੇ, ਇੱਕ ਪਰਸਨ ਨੂੰ ਸਿਲੈਕਟ ਕਰਕੇ ਉਸ ਤੋਂ ਬਾਅਦ ਉਹੀ ਪਰਸਨ ਸਾਡੇ ਤੇ ਰੂਲ ਬਣਾਏਗਾ ਤੇ ਉਹੀ ਪਰਸਨ ਜਿਹੜਾ ਹੈਗਾ ਸਿਸਟਮ ਨੂੰ ਚਲਾਏਗਾ। ਕਹਿੰਦੇ ਸਾਨੂੰ ਨਹੀਂ ਲੱਗਦਾ ਸਿਸਟਮ ਅੱਛੇ ਤਰੀਕੇ ਨਾਲ ਚੱਲ ਵੀ ਪਾਏਗਾ ਕਿ ਨਹੀਂ। possible of the victory of a candidate with the lesser voter। ਮਤਲਬ ਕਹਿੰਦੇ ਕਿ ਘੱਟ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ। ਕਹਿੰਦੇ ਮੰਨ ਲਓ ਇੱਕ ਚੋਣ ਇਲਾਕਾ ਹੈਗਾ ਵਾ, ਜਿੱਦਾਂ ਹੁਣ ਪ੍ਰਦੇਸ਼ਕ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਅਸਲ ਵਿੱਚ ਕਿਹਨੂੰ ਕਹਿੰਦੇ ਨੇ ਤੁਹਾਨੂੰ ਪਤਾ ਲੱਗੇਗਾ। ਦੇਖੋ ਇੱਕ ਇਲਾਕਾ ਵਾ,
ਉਹ ਇਲਾਕੇ ਵਿੱਚੋਂ 5 ਕੈਂਡੀਡੇਟ ਖੜੇ ਹੋ ਰਹੇ ਨੇ, ਠੀਕ ਹੈ। ਇਲਾਕੇ ਦੇ ਵਿੱਚ ਬੰਦੇ ਹੈਗੇ ਨੇ 100। ਹੁਣ ਉਹ 5 ਲੋਕਾਂ ਨੂੰ ਵੋਟਾਂ ਕਿੱਦਾਂ ਜਾ ਰਹੀਆਂ ਨੇ, ਕਿਸੇ ਨੂੰ 30, ਕਿਸੇ ਨੂੰ 20, ਕਿਸੇ ਨੂੰ 25, ਕਿਸੇ ਨੂੰ 5। ਜਿੱਤਿਆ ਕੌਣ? ਜਿਹਨੂੰ 30 ਮਿਲੀਆਂ। ਹੁਣ ਬਾਕੀ 70 ਵੋਟਾਂ ਤੋਂ ਹਾਰਿਆ ਹੀ ਹੈ, ਲੇਕਿਨ ਉਹ ਵਿਨਰ ਆ। ਇਸ ਤਰ੍ਹਾਂ ਇੱਕ ਇਲਾਕੇ ਦੇ ਵਿੱਚੋਂ ਇੱਕ ਪਰਸਨ ਸਿਲੈਕਟ ਹੋ ਜਾਂਦਾ ਵਾ, ਠੀਕ ਹੈ। ਕਹਿਣ ਦਾ ਮਤਲਬ ਤਾਂ ਮੇਰਾ ਇਹੀ ਸੀਗਾ ਕਿ ਕੈਂਡੀਡੇਟ ਖੜੇ ਹੁੰਦੇ ਆ ਬਹੁਤ, ਲੇਕਿਨ ਪਰਸਨ ਉਹਨਾਂ ਚੋਂ ਇੱਕੋ ਹੀ ਸਿਲੈਕਟ ਹੁੰਦਾ ਵਾ, ਜਿਹੜਾ ਕਿ ਇੱਕ ਟੈਰੀਟਰੀ ਦੇ ਉੱਤੇ ਫਿਕਸਡ ਹੋ ਜਾਂਦਾ ਵਾ, ਠੀਕ ਹੈ। ਸੋ ਕਹਿੰਦੇ 70 ਵੋਟਾਂ ਤੋਂ ਤਾਂ ਉਹ ਹਾਰਿਆ ਹੀ ਹੈ ਨਾ। 70 ਵੋਟਾਂ ਨੇ ਤਾਂ ਨਹੀਂ ਉਹਨੂੰ ਵੋਟ ਦਿੱਤੀ, 70 ਲੋਕਾਂ ਨੇ ਤਾਂ ਨਹੀਂ ਨਾ ਉਹਨੂੰ ਵੋਟ ਦਿੱਤੀ, ਲੇਕਿਨ ਫਿਰ ਵੀ ਇਸ ਲਈ ਮੈਂ ਬੋਲਿਆ ਸੀ ਕਿ ਜਿਹੜਾ ਲੈਸ ਦੈਨ ਵੋਟ ਪ੍ਰਾਪਤ ਕਰਦਾ ਵਾ, ਘੱਟ ਵੋਟਾਂ ਪ੍ਰਾਪਤ ਕਰਦਾ, ਉਹ ਵੀ ਪਰਸਨ ਵਿਨਰ ਮੰਨਿਆ ਜਾਂਦਾ ਵਾ। ਦਿਸ ਸਿਸਟਮ ਲਿਮਿਟ ਦ ਚੁਆਇਸ ਆਫ ਦ ਵੋਟਰਸ। ਕਹਿੰਦੇ ਇਹਦੇ ਵਿੱਚ ਮਤਲਬ ਵੋਟਰਸ ਨੂੰ ਇੰਨੀ ਚੁਆਇਸ ਨਹੀਂ ਮਿਲਦੀ ਹੈਗੀ। ਮੰਨ ਲਓ ਕਹਿੰਦੇ ਕੋਈ ਸਾਡੇ ਇਲਾਕੇ ਦਾ ਨਹੀਂ ਪਰਸਨ, ਫਿਰ ਵੀ ਉਹ ਆਣ ਕੇ ਸਾਡੇ ਇਲਾਕੇ 'ਚ ਖੜਾ ਹੋ ਜਾਂਦਾ ਤੇ ਅਸੀਂ ਉੱਤੇ ਟੈਗ ਲਗਾ ਦਿੰਦੇ ਹਾਂ ਆਊਟਸਾਈਡਰ। ਕਹਿੰਦੇ ਉਹਦੇ ਜਿੱਤਣ ਦੀ ਸੰਭਾਵਨਾ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਕਿ ਇਹ ਤਾਂ ਆਊਟਸਾਈਡਰ ਆ, ਇਹ ਸਾਡੇ ਇਲਾਕੇ ਨੂੰ ਕਿੱਦਾਂ ਜਾਣ ਪਾਏਗਾ, ਠੀਕ ਹੈ। ਸੋ ਇਸ ਤਰ੍ਹਾਂ ਆਰਬਿਟਰੇਰੀ ਚੇਂਜ ਇਨ ਦ ਬਾਉਂਡਰੀ ਆਫ ਦ ਕਨਸਟੀਟਿਊਸ਼ਨ, ਮਤਲਬ ਚੋਣ ਖੇਤਰਾਂ ਦੀਆਂ ਹੱਦਾਂ ਵਿੱਚ ਮਨਮਰਜ਼ੀ ਨਾਲ ਕੀਤੇ ਜਾਣ ਵਾਲੇ ਪਰਿਵਰਤਨ, ਠੀਕ ਹੈ। ਸੋ ਕਹਿੰਦੇ ਕਿ ਦੇਖੋ, ਕਹਿੰਦੇ ਕਿ ਸਾਡੀ ਜਿਹੜੀ ਸੋਸਾਇਟੀ ਆ ਨਾ, ਉਹਦੇ ਵਿੱਚ ਪਰਿਵਰਤਨ ਆ ਜਿਹੜਾ ਟਾਈਮ ਟੂ ਟਾਈਮ ਆਉਂਦਾ ਰਹਿੰਦਾ ਵਾ, ਠੀਕ ਹੈ। ਕਹਿੰਦੇ ਕਿ ਜਦੋਂ ਅਸੀਂ ਜਿਹੜੇ ਲੋਕ ਹੁੰਦੇ ਨੇ ਨਾ ਇਲੈਕਸ਼ਨ ਦੇ ਟਾਈਮ ਪੀਰੀਅਡ 'ਚ ਖੜਦੇ ਨੇ, ਉਹ ਕਹਿੰਦੇ ਨੇ ਕਿ ਸਾਨੂੰ ਇਹ ਇਲਾਕਾ ਦਿਓ, ਇਸ ਇਲਾਕੇ ਦੇ ਲੋਕ ਸਾਨੂੰ ਜਾਣਦੇ ਨੇ, ਸੋ ਇਹ ਸਾਨੂੰ ਵੱਧ ਤੋਂ ਵੱਧ ਵੋਟਾਂ ਦੇਣਗੇ। ਉਹ ਆਪਣੀ ਆਪੋਜ਼ਿਟ ਪਾਰਟੀ ਦੇ ਨਾਲ ਜਾਂ ਕਹਿ ਲਓ ਕਿ ਆਪੋਜ਼ਿਟ ਏਰੀਆ ਦੇ ਵਿੱਚ ਉਹ ਖੁਦ ਹੀ ਨਹੀਂ ਖੜਦੇ ਹੈਗੇ। ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਜਿੱਥੇ ਰਿਪਰੈਜ਼ੈਂਟੇਟਿਵ ਸਿਸਟਮ ਆ ਨਾ, ਕਦੇ ਤਾਂ ਮਤਲਬ ਉਹਦੀ ਸ਼ਕਲ ਹੋ ਜਾਂਦੀ ਹੈ ਛਿਪਕਲੀ ਦੀ ਤਰ੍ਹਾਂ, ਠੀਕ ਹੈ। ਮਤਲਬ ਕਿਸੇ ਥਾਂ ਦੇ ਤਾਂ ਉੱਤੇ ਬਹੁਤ ਥੋੜੀ ਮਾਤਰਾ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਸਨੂੰ ਪਸੰਦ ਕਰਦੇ ਨੇ, ਠੀਕ ਹੈ। ਤੇ ਜਾਂ ਫਿਰ ਕਹਿ ਲਓ ਕਿ ਇੱਕ ਤਾਂ ਤੇ ਕਦੇ ਉਹਦੀ ਸ਼ਕਲ ਬਣ ਜਾਂਦੀ ਹੈਗੀ ਆ ਕਿ ਮਤਲਬ ਬਹੁਤ ਜ਼ਿਆਦਾ ਲੋਕ ਉਸਨੂੰ ਪਸੰਦ ਕਰਦੇ ਨੇ, ਠੀਕ ਹੈ, ਐਲੀਫੈਂਟਸ ਦੀ ਤਰ੍ਹਾਂ। ਸੋ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਦੋਸ਼ ਪਾਏ ਜਾਂਦੇ ਨੇ, ਲੇਕਿਨ ਫਿਰ ਵੀ ਬਹੁਤ ਸਾਰੇ ਰਾਜਾਂ ਦੇ ਵਿੱਚ ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਸਿਸਟਮ ਅਪਣਾਇਆ ਜਾਂਦਾ। ਫੋਰ ਐਗਜ਼ਾਮਪਲ ਭਾਰਤ, ਅਮਰੀਕਾ, ਕੈਨੇਡਾ, ਇੰਗਲੈਂਡ। ਹੁਣ ਤੁਸੀਂ ਆਪਣੇ ਆਪ ਹੀ ਸੋਚ ਲਓ ਕਿ ਭਾਰਤ ਦੇ ਵਿੱਚ ਕਿੰਨੇ ਕੈਂਡੀਡੇਟ ਖੜਦੇ ਨੇ। ਹੁਣ ਸਾਡੇ ਇੱਕ ਟੈਰੀਟੋਰੀਅਲ ਦੇ ਲਈ ਇੱਕ ਬੰਦਾ ਸਿਲੈਕਟ ਹੈਗਾ ਵਾ ਕੈਪਟਨ, ਨਾ ਉਹਨੂੰ ਪਤਾ ਲੱਗਦਾ ਕੁਛ, ਨਾ ਵਾਸਤਾ ਪਰਸਨ ਨੂੰ, ਫਿਰ ਵੀ ਉਹ ਪਰਸਨ ਐਜ਼ ਅ ਵਿਨਰ ਦੇ ਤੌਰ ਤੇ ਬੈਠਿਆ ਹੋਇਆ ਵਾ, ਚਾਹੇ ਉਹਨੂੰ ਘੱਟ ਹੀ ਵੋਟਾਂ ਮਿਲੀਆਂ ਹੋਣ, ਲੇਕਿਨ ਬਾਕੀਆਂ ਨਾਲੋਂ ਤਾਂ ਜ਼ਿਆਦਾ ਨੇ ਨਾ। ਸੋ ਇਸ ਤਰ੍ਹਾਂ ਦੂਜੇ ਨੰਬਰ ਤੇ ਵੋਟਾਂ ਵਾਲਾ ਸਿਸਟਮ ਆਂਦਾ ਹੈ ਫੰਕਸ਼ਨਲ ਰਿਪਰੈਜ਼ੈਂਟੇਸ਼ਨ। ਫੰਕਸ਼ਨਲ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਪ੍ਰੋਫੈਸ਼ਨ ਦੇ ਬੇਸ ਦੇ ਉੱਤੇ ਵਿਅਕਤੀ ਚੁਣਦੇ ਆ, ਜਿੱਦਾਂ ਡਿਊਂਗੀ, JDH ਕੋਲ, ਵੈਬ, ਗ੍ਰਾਮ ਵਾਲਿਸ, ਬਹੁਤ ਸਾਰੇ ਸਾਡੇ ਰਾਈਟਰ ਨੇ, ਠੀਕ ਹੈ। ਕਹਿੰਦੇ ਇੱਕ ਹਲਕੇ ਵਿੱਚ ਡਾਕਟਰ ਵੀ ਰਹਿੰਦਾ ਵਾ, ਇੱਕ ਏਰੀਆ ਵਿੱਚ ਡਾਕਟਰ ਵੀ ਹੈ, ਵਕੀਲ ਵੀ ਹੈ, ਮਜ਼ਦੂਰ ਵੀ ਹੈ, ਤਰਖਾਣ ਵੀ ਹੈ, ਲੋਹਾਰ ਵੀ ਹੈ, ਦੁਕਾਨਦਾਰ ਵੀ ਹੈ, ਅਧਿਆਪਕ ਵੀ ਹੈ, ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਨੇ। ਹੁਣ ਸਾਰੇ ਤਰ੍ਹਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਫਿਰ ਬਹੁਤ ਤਰ੍ਹਾਂ ਦੀਆਂ ਨੇ। ਸੋ ਕਹਿੰਦੇ ਕਿ ਏਦਾਂ ਦਾ ਸਿਸਟਮ ਅਪਣਾਉਣਾ ਚਾਹੀਦਾ ਵਾ ਜਿਹੜਾ ਫੰਕਸ਼ਨਲ ਰਿਪਰੈਜ਼ੈਂਟੇਟਿਵ ਹੋਵੇ। ਮਤਲਬ ਅਧਿਆਪਕਾਂ ਦੇ ਲਈ ਅਲੱਗ ਬੰਦਾ ਸਿਲੈਕਟ ਕਰੋ, ਮਜ਼ਦੂਰਾਂ ਦੇ ਲਈ ਅਲੱਗ ਕਰੋ, ਵਕੀਲਾਂ ਦੇ ਲਈ ਅਲੱਗ ਕਰੋ, ਡਾਕਟਰ ਦੇ ਲਈ ਅਲੱਗ ਕਰੋ। ਮਿਰੂਬੀ ਨਾਮ ਦੇ ਇੱਕ ਰਾਈਟਰ ਨੇ, ਫਰਾਂਸੀਸੀ ਨੇ ਇਹ, ਜਿਹਨੇ ਕਿਹਾ ਵਾ ਕਿ ਵਿਧਾਨ ਸਭਾ ਇੱਕ ਛੋਟੇ ਜਿਹੇ ਸ਼ੀਸ਼ੇ ਦੀ ਤਰ੍ਹਾਂ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਸਮਾਜ ਦੇ ਵਿੱਚ ਜਿੰਨੇ ਵੀ ਪ੍ਰੋਫੈਸ਼ਨ ਹੈਗੇ ਨੇ ਸਾਰਿਆਂ ਦਾ ਨਕਸ਼ਾ ਉਸ ਸ਼ੀਸ਼ੇ ਦੇ ਵਿੱਚ ਆ ਸਕੇ। ਸਮਝ ਰਹੇ ਹੋ? ਉਸ ਤੋਂ ਬਾਅਦ ਤੁਹਾਡਾ ਹੈਗਾ JDH ਕੋਲ। ਉਹਨੇ ਕਿਹਾ ਕਿ ਅਸਲੀ ਲੋਕਤੰਤਰ ਇੱਕ ਸਰਵ ਸ਼ਕਤੀਮਾਨ ਸਭਾ ਵਿੱਚ ਨਹੀਂ, ਸਗੋਂ ਕਹਿੰਦੇ ਅਸਲੀ ਲੋਕਤੰਤਰ ਉਹ ਨਹੀਂ ਹੈ ਜਿਹੜਾ ਸਰਵ ਸ਼ਕਤੀਮਾਨ ਹੈ, ਸਭ ਤੋਂ ਵੱਡਾ ਹੈ। ਮਤਲਬ ਅਸਲ ਦੇ ਵਿੱਚ ਡੈਮੋਕ੍ਰੇਸੀ ਉਹ ਨਹੀਂ ਹੈ ਜਿਹਦੇ ਕੋਲ ਸੁਪਰਮੇਸੀ ਪਾਵਰ ਨੇ।
ਅਸਲ ਦੇ ਵਿੱਚ ਡੈਮੋਕ੍ਰੇਸੀ ਤਾਂ ਕਹਿੰਦੇ ਉਹ ਆ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਪ੍ਰਤੀਨਿਧ, ਆਪਣੇ ਰਿਪਰੈਜ਼ੈਂਟੇਟਿਵ ਚੁਣਨ ਦਾ ਮੌਕਾ ਮਿਲਦਾ ਹੈ। ਉਸ ਤੋਂ ਬਾਅਦ ਇੰਪ੍ਰੈਕਟੀਕਲ ਆਫ ਅ ਫੰਕਸ਼ਨ ਆਫ ਦ ਰਿਪਰੈਜ਼ੈਂਟੇਟਿਵ, ਬਹੁਤ ਸਾਰੇ ਰਾਈਟਰ ਕਹਿੰਦੇ ਨੇ ਇਹ ਕਿੱਦਾਂ ਦਾ ਫੰਕਸ਼ਨ ਹੋਇਆ ਜੀ, ਇਹ ਤਾਂ ਇੰਪ੍ਰੈਕਟੀਕਲ ਹੈ। ਕਦੇ ਤੁਸੀਂ ਦੇਖਿਆ ਕਿ ਏਦਾਂ ਦਾ ਫੰਕਸ਼ਨ ਕਿਸੇ ਜਗ੍ਹਾ ਤੇ ਚੱਲ ਰਿਹਾ ਵਾ, ਏਦਾਂ ਦੀਆਂ ਵੋਟਾਂ ਹੋ ਰਹੀਆਂ ਨੇ ਜੀ, ਕਿਸਾਨਾਂ ਦੇ ਲਈ ਅਲੱਗ ਮਜ਼ਦੂਰ ਸਿਲੈਕਟ ਹੋਏਗਾ, ਮਤਲਬ ਜਿਹੜੇ ਹੈਗੇ ਫਾਰਮਰ ਆ ਉਹਨਾਂ ਦੇ ਲਈ ਅਲੱਗ ਸਿਲੈਕਟ ਹੋਏਗਾ, ਟੀਚਰ ਦੇ ਲਈ ਅਲੱਗ ਹੋਏਗਾ, ਵਕੀਲਾਂ ਦੇ ਲਈ ਅਲੱਗ ਹੋਏਗਾ। ਕਹਿੰਦੇ ਏਦਾਂ ਦਾ ਕੋਈ ਸਿਸਟਮ ਨਹੀਂ ਹੁੰਦਾ, ਇਹ ਤਾਂ ਇੰਪ੍ਰੈਕਟੀਕਲ ਹੈ, ਇਹਨੂੰ ਤਾਂ ਕਦੇ ਏਦਾਂ ਦੀਆਂ ਇਲੈਕਸ਼ਨ ਕਰਵਾਈਆਂ ਵੀ ਨਹੀਂ ਜਾ ਸਕਦੀਆਂ। ਹਾਂ, 1918 ਦੇ ਵਿੱਚ ਰੂਸ ਨੇ ਅਪਣਾਇਆ ਸੀ, ਫਿਰ ਉਹਨੇ ਛੱਡਤਾ, ਕਹਿੰਦੇ ਏਦਾਂ ਦਾ ਸਿਸਟਮ ਨਹੀਂ ਚੱਲ ਸਕਦਾ। ਮੋਸੋਲਿਨੀ ਨੇ ਇਟਲੀ ਦੇ ਵਿੱਚ ਅਪਣਾਇਆ ਸੀ, ਉਹਨੇ ਵੀ ਛੱਡਤਾ, ਕਹਿੰਦੇ ਨਹੀਂ ਏਦਾਂ ਦਾ ਚੱਲ ਹੀ ਨਹੀਂ ਸਕਦਾ। 1919 ਦੇ ਵਿੱਚ ਜਰਮਨੀ ਨੇ ਵੀ ਅਪਣਾਇਆ ਸੀ, ਉਹਨੇ ਵੀ ਛੱਡਤਾ, ਕਹਿੰਦੇ ਨਹੀਂ ਹੋ ਹੀ ਨਹੀਂ ਸਕਦਾ। ਸੋ ਕਹਿੰਦੇ ਕਿ ਇਸ ਤਰ੍ਹਾਂ 1935 ਦੇ ਸਰਕਾਰ ਦੇ ਵਿੱਚ ਜਿਹੜਾ ਐਕਟ 1935 ਦਾ ਐਕਟ ਜਿਹੜਾ ਅਪਣਾਇਆ ਸੀ ਨਾ, ਗਵਰਨਮੈਂਟ ਆਫ ਇੰਡੀਆ 1935 ਸਾਡੇ ਉੱਤੇ ਅਪਣਾਇਆ ਗਿਆ ਸੀਗਾ। ਸੋ ਕਹਿੰਦੇ ਕਿ ਵੱਖ-ਵੱਖ ਤੇ ਹਿੱਤਾਂ ਨੂੰ, ਮਤਲਬ ਵੱਖਰੇ-ਵੱਖਰੇ ਤਰ੍ਹਾਂ ਦੇ ਲੋਕਾਂ ਨੂੰ ਰਿਪਰੈਜ਼ੈਂਟੇਟਿਵ ਦਿੱਤੇ ਜਾਣ ਦੇ ਲਈ ਕਿਹਾ ਗਿਆ ਸੀ, ਲੇਕਿਨ ਉਹਨਾਂ ਨੇ ਫਿਰ ਕਹਿ ਦਿੱਤਾ ਇਹ ਇੰਪ੍ਰੈਕਟੀਕਲ ਹੈ, ਏਦਾਂ ਦਾ ਹੋ ਹੀ ਨਹੀਂ ਸਕਦਾ ਕੁਝ। ਉਸ ਤੋਂ ਬਾਅਦ ਹੈ ਮੈਰਿਟਸ। ਕਹਿੰਦੇ ਚਲੋ ਮੈਰਿਟਸ ਦੱਸੋ ਕਿ ਬਾਈ ਚਾਂਸ ਇਨ ਕੇਸ ਜੇ ਫੰਕਸ਼ਨਲ ਰਿਪਰੈਜ਼ੈਂਟੇਸ਼ਨ ਆਂਦਾ ਹੈ ਤਾਂ ਇਹਦੇ ਲਾਭ ਕੀ ਹੋਣਗੇ। ਅਸੀਂ ਕਹਾਂਗੇ ਪ੍ਰੋਪਰ ਰਿਪਰੈਜ਼ੈਂਟੇਸ਼ਨ ਟੂ ਅ ਡਿਫਰੈਂਟ ਪ੍ਰੋਫੈਸ਼ਨ, ਮਤਲਬ ਹਰੇਕ ਲੋਕਾਂ ਨੂੰ, ਚਾਹੇ ਉਹ ਜਿਹੜੀ ਮਰਜ਼ੀ ਪ੍ਰੋਫੈਸ਼ਨ ਦੇ ਨਾਲ ਬਿਲੋਂਗ ਕਰਦੇ ਆ, ਸਭ ਨੂੰ ਜਿਹੜਾ ਹੈਗਾ ਵਾ ਬੈਨੀਫਿਟਸ ਮਿਲੇਗਾ, ਸਭ ਨੂੰ ਰਿਪਰੈਜ਼ੈਂਟੇਸ਼ਨ ਮਿਲੇਗਾ। ਸਾਰੇ ਲੋਕ ਮਤਲਬ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ, ਖੜ ਸਕਦੇ ਨੇ। ਸਪੋਰਟ ਬਾਏ ਪਲੂਰਲਿਸਟਿਕ, ਬਹੁਲਵਾਦੀਆਂ ਦਾ ਸਮਰਥਨ। ਸੋ ਕਹਿੰਦੇ ਇਹਦੇ ਨਾਲ ਇਹ ਸੰਭਵ ਹੋਏਗਾ ਕਿ ਵੱਖਰੇ-ਵੱਖਰੇ ਲੋਕ ਜਿਹੜੇ ਹੈਗੇ ਨੇ, ਜਿਨ੍ਹਾਂ ਦਾ ਵੱਖਰਾ-ਵੱਖਰਾ ਕੀਤਾ ਵਾ, ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਲੋਕ ਉਹਨਾਂ ਨੂੰ ਅਪਣਾ ਲੈਣਗੇ। One representative cannot represent all the profession। ਕਹਿੰਦੇ ਜੇ ਤੁਸੀਂ ਇੱਕ ਬੰਦੇ ਨੂੰ ਸਿਲੈਕਟ ਕਰ ਲੈਂਦੇ ਹੋ, ਕਹਿੰਦੇ ਤੁਹਾਨੂੰ ਲੱਗਦਾ ਉਹ ਬੰਦੇ ਨੂੰ ਪਤਾ ਹੋਊਗਾ ਡਾਕਟਰ ਨੂੰ ਕੀ ਚਾਹੀਦਾ, ਵਕੀਲ ਨੂੰ ਕੀ ਚਾਹੀਦਾ ਵਾ। ਸੋ ਕਹਿੰਦੇ ਬੈਟਰ ਤਾਂ ਇਹ ਆ ਨਾ ਕਿ ਹਰੇਕ ਦਾ ਆਪਣਾ ਰਿਪਰੈਜ਼ੈਂਟੇਟਿਵ ਚੁਣ ਲਓ। ਪੋਸੀਬਿਲਿਟੀ ਆਫ ਦ ਐਨੈਕਟਮੈਂਟ ਆਫ ਅ ਗੁੱਡ ਲਾ, ਕਹਿੰਦੇ ਚੰਗੇ ਕਾਨੂੰਨ ਦੇ ਨਿਰਮਾਣ ਦੇ ਵਿੱਚ ਫਿਰ ਸਹਾਇਤਾ ਹੋਊਗਾ, ਕਿਉਂਕਿ ਹਰੇਕ ਪਰਸਨ ਨੂੰ ਪਤਾ ਹੋਊਗਾ ਵੀ ਮੈਂ ਕਿਹੜੇ ਪ੍ਰੋਫੈਸ਼ਨ ਨਾਲ ਬਿਲੋਂਗ ਕਰਦਾ ਵਾਂ, ਇਹ ਲਾ ਮੇਰੇ ਲਈ ਬਣ ਰਿਹਾ, ਨੁਕਸਾਨਦਾਇਕ ਹੈ ਕਿ ਹੈਲਪਫੁਲ ਹੈ। ਕਹਿੰਦੇ ਸਭ ਨੂੰ ਫਿਰ ਬੈਨੀਫਿਟਸ ਮਿਲ ਜਾਏਗਾ, ਮਤਲਬ ਕਾਨੂੰਨ ਨੂੰ ਬਣਾਉਣ ਦੇ ਵਿੱਚ ਵੀ ਹੈਲਪ ਮਿਲੇਗੀ। ਅੱਛਾ, ਹੁਣ ਚੱਲਦੇ ਹਾਂ ਡੀਮੈਰਿਟਸ ਵੱਲ। ਡੀਮੈਰਿਟਸ ਆਫ ਦ ਫੰਕਸ਼ਨ ਰਿਪਰੈਜ਼ੈਂਟੇਸ਼ਨ, ਕਹਿੰਦੇ ਡਿਫਿਕਲਟ ਟੂ ਡਿਵਾਈਡ ਦ ਪ੍ਰੋਫੈਸ਼ਨ ਇਨ ਦ ਵੇਟਲਾਈਟ ਕੰਪਾਰਟਮੈਂਟਸ। ਕਹਿੰਦੇ ਕਿ ਵੱਖਰੇ-ਵੱਖਰੇ ਜਿਹੜੇ ਕੀਤੇ ਆ, ਕੀਤਿਆਂ ਦੀ ਕਹਿੰਦੇ ਪੂਰਨ ਵੰਡ ਅਸੰਭਵ ਹੈ। ਕਹਿੰਦੇ ਹੁਣ ਮੈਂ ਪ੍ਰੋਫੈਸ਼ਨ ਦੀ ਵੰਡ ਕਰ ਦੇਵਾਂ, ਕਹਿੰਦੇ ਇਹ ਕਿੱਦਾਂ ਹੋ ਸਕਦਾ ਹੈ। ਕਹਿੰਦੇ ਹੋ ਸਕਦਾ ਇੱਕ ਜਿਹੜਾ ਟੀਚਰ ਹੈ ਉਹ ਮਤਲਬ ਕਹਿ ਲਓ ਕਿ ਖਰੀਦਦਾਰੀ ਵੀ ਕਰ ਸਕਦਾ ਹੈ, ਠੀਕ ਹੈ। ਕਹਿੰਦੇ ਹੋ ਸਕਦਾ ਹੈ ਕਿ ਮਤਲਬ ਉਹਦਾ ਜਿਹੜਾ ਹਸਬੈਂਡ ਹੈ ਉਹ ਕਿਸੇ ਬਿਜ਼ਨਸ ਗਰੁੱਪ ਦੇ ਨਾਲ ਰਿਲੇਟਡ ਹੋਵੇ। ਹੋ ਸਕਦਾ ਹੈ ਜਿਹੜਾ ਮਤਲਬ ਕਿਤੇ ਨਾ ਕਿਤੇ ਉਹ ਕਿਸਾਨਾਂ ਦੀ ਯੂਨੀਅਨ ਦੇ ਨਾਲ ਵੀ ਰਿਲੇਟਡ ਹੋਵੇ। ਕਹਿੰਦੇ ਫਿਰ ਉਹ ਕਿਹਨੂੰ ਵੋਟ ਦੇਗਾ, ਆਪਣੀ ਵਾਈਫ ਦੇ ਪ੍ਰੋਫੈਸ਼ਨ ਨੂੰ ਅਪਣਾਏਗਾ, ਟੀਚਰ ਵਾਲਿਆਂ ਨੂੰ ਵੋਟ ਦੇਗਾ, ਆਪਣੇ ਪ੍ਰੋਫੈਸ਼ਨ ਨੂੰ ਅਪਣਾਏਗਾ, ਬਿਜ਼ਨਸ ਨੂੰ ਵੋਟ ਦੇਗਾ, ਜਾਂ ਕਦੇ ਕਦੇ ਉਹ ਫਾਰਮਰ ਦਾ ਕੰਮ ਵੀ ਕਰਦਾ ਹੈ, ਫਾਰਮਰ ਨੂੰ ਵੋਟ ਦੇਗਾ। ਤਾਂ ਫਿਰ ਕਹਿੰਦੇ ਇੱਕ ਵਿਅਕਤੀ ਇੱਕ ਟਾਈਮ ਦੇ ਵਿੱਚ ਬਹੁਤ ਸਾਰੇ ਗਰੁੱਪਸ ਦੇ ਵਿੱਚ ਪਾਰਟਿਸਿਪੇਟ ਕਰਦਾ ਹੈ, ਉਹ ਕਿਹੜੇ ਗਰੁੱਪ ਨੂੰ ਦੇ ਦੇਗਾ। ਕਹਿੰਦੇ ਇਹ ਸਿਸਟਮ ਤਾਂ ਬਿਲਕੁਲ ਵੀ ਠੀਕ ਨਹੀਂ ਹੈ। ਡਾਇਵਰਸਿਟੀ ਇਨ ਦ ਇੰਟਰਸਟ ਆਫ ਦ ਪੀਪਲ ਆਫ ਦ ਬਿਲੋਂਗਿੰਗ ਟੂ ਦ ਸੇਮ ਪ੍ਰੋਫੈਸ਼ਨ, ਮਤਲਬ ਇੱਕ ਹੀ ਕਿੱਤੇ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੇ ਹਿੱਤਾਂ ਵਿੱਚ ਭਿੰਨਤਾ। ਦੇਖੋ ਹੁਣ ਤੁਸੀਂ ਦੇਖੋ, ਪ੍ਰਾਇਮਰੀ ਸਕੂਲ ਦੇ ਵਿੱਚ ਵੀ ਟੀਚਰ ਪੜ੍ਹਾਉਂਦਾ ਹੈ, ਸੈਕੰਡਰੀ ਸਕੂਲ ਦੇ ਵਿੱਚ ਵੀ ਟੀਚਰ ਪੜ੍ਹਾਉਂਦਾ ਹੈ, ਕਾਲਜ ਦੇ ਵਿੱਚ ਵੀ ਟੀਚਰ ਪੜ੍ਹਾਉਂਦਾ ਹੈ। ਪ੍ਰੋਫੈਸ਼ਨ ਹੋ ਗਿਆ ਸੇਮ, ਪਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੇਮ ਚੀਜ਼ਾਂ ਦੀ ਜ਼ਰੂਰਤ ਹੋਏਗੀ? ਨਹੀਂ। ਯੂਨੀਵਰਸਿਟੀਜ਼ ਦੇ ਵਿੱਚ ਵੀ ਸੇਮ ਟੀਚਰਸ ਹੁੰਦੇ ਨੇ। ਸੋ ਕਹਿੰਦੇ ਕਈ ਵੇਲੇ ਲੋਕ ਕੰਮ ਇੱਕੋ ਜਿਹਾ ਕਰਦੇ ਨੇ, ਲੇਕਿਨ ਕਹਿੰਦੇ ਉਹਨਾਂ ਦੇ ਕੰਮ ਦੇ ਵਿੱਚ ਸਿਮਿਲੈਰਿਟੀਜ਼ ਨਹੀਂ ਹੁੰਦੀਆਂ। ਸੋ ਉਹਨਾਂ ਨੂੰ ਕੋਈ ਇੱਕ ਪਰਸਨ ਉਹਨਾਂ ਚੋਂ ਸਿਲੈਕਟ ਕਰ ਦੋਗੇ, ਤੁਹਾਨੂੰ ਲੱਗਦਾ ਹੈ ਤੁਸੀਂ ਯੂਨੀਵਰਸਿਟੀ 'ਚ ਚਲੇ ਜਾਓ ਨਾ, ਉਹ ਕਾਲਜ ਲੈਵਲ ਨੂੰ ਬਿਲਕੁਲ ਕੁਝ ਨਹੀਂ ਸਮਝਦੇ। ਕਾਲਜ ਲੈਵਲ ਤੇ ਚਲੇ ਜਾਓ, ਉਹ ਸਕੂਲ ਲੈਵਲ ਨੂੰ ਬਿਲਕੁਲ ਵੀ ਕੁਝ ਨਹੀਂ ਸਮਝਦੇ।
ਸੋ ਕਹਿੰਦੇ ਇੱਕ ਰਿਪਰੈਜ਼ੈਂਟੇਟਿਵ ਪਰਸਨ ਤੁਸੀਂ ਖੜਾ ਕਰ ਵੀ ਦੋ, ਲੇਕਿਨ ਇੱਕ ਹੀ ਜੌਬ ਦੇ ਵਿੱਚ ਬਹੁਤ ਚੀਜ਼ਾਂ ਡਿਵਾਈਡ ਹੁੰਦੀਆਂ ਨੇ। ਐਨਕਰੇਜ ਪ੍ਰੋਫੈਸ਼ਨਲ ਸਟਰਗਲ, ਕੀਤਾ ਸੰਘਰਸ਼ ਨੂੰ ਸ਼ੈ। ਕਹਿੰਦੇ ਮੋਸਟਲੀ ਦੇਖਣ ਵਿੱਚ ਆਉਂਦਾ ਹੈ ਕਿ ਇੱਕ ਹੀ ਤਰ੍ਹਾਂ ਦੇ ਜਿਹੜੇ ਲੋਕ ਚੀਜ਼ਾਂ ਨੂੰ ਅਪਣਾਉਂਦੇ ਆ ਉਹਨਾਂ ਵਿੱਚ ਬਹੁਤ ਸਟਰਗਲ ਹੁੰਦਾ ਹੈ। ਐਗਜ਼ਾਮਪਲ ਦੇ ਤੌਰ ਤੇ ਕਹਿੰਦੇ ਮਜ਼ਦੂਰ ਤੇ ਮਾਲਕ, ਜ਼ਮੀਂਦਾਰ ਤੇ ਕਿਸਾਨ, ਠੀਕ ਹੈ, ਕਹਿੰਦੇ ਇਹਨਾਂ ਵਿੱਚ ਹਮੇਸ਼ਾ ਸੰਘਰਸ਼ ਚੱਲਦਾ ਰਹਿੰਦਾ ਹੈ, ਹਮੇਸ਼ਾ ਇੱਕ ਦੂਜੇ ਨੂੰ ਕਿਤੇ ਨਾ ਕਿਤੇ ਡਾਊਨ ਕਰਨ ਦੇ ਬਾਰੇ ਵੀ ਸੋਚਦੇ ਰਹਿੰਦੇ ਨੇ। ਸੋ ਕਹਿੰਦੇ ਕਿ ਜੇ ਤੁਸੀਂ ਇਹਨਾਂ ਨੂੰ ਇੱਕ ਇੱਕ ਬੰਦੇ ਨੂੰ ਦੇਣ ਵੀ ਲੱਗ ਗਏ ਨਾ, ਇੱਕ ਇੱਕ ਬੰਦੇ ਨੂੰ ਸਿਲੈਕਟ ਵੀ ਕਰਨ ਲੱਗ ਗਏ, ਇੱਕ ਇੱਕ ਬੰਦੇ ਨੂੰ ਰਿਪਰੈਜ਼ੈਂਟੇਸ਼ਨ ਦੇਣ ਵੀ ਲੱਗ ਗਏ, ਤੇ ਕਹਿੰਦੇ ਇਹਦੇ ਨਾਲ ਸਿਸਟਮ ਸਾਰਾ ਹੀ ਵਿਗੜ ਜਾਣਾ ਹੈ। ਹਾਰਮਫੁਲ ਟੂ ਦ ਨੈਸ਼ਨਲ ਯੂਨਿਟੀ ਸਭ ਤੋਂ ਵੱਧ ਹਾਰਮ ਹੋਏਗੀ, ਕਿਉਂਕਿ ਹਰ ਪਰਸਨ ਕਹੇਗਾ ਮੇਰਾ ਪ੍ਰੋਫੈਸ਼ਨ ਜ਼ਿਆਦਾ ਇੰਪੋਰਟੈਂਟ ਹੈ ਰੈਦਰ ਦੈਨ ਦ ਅਦਰ ਪ੍ਰੋਫੈਸ਼ਨਸ। तो ਉਹ ਕਹੇਗਾ ਕਿ ਮੇਰਾ ਪ੍ਰੋਫੈਸ਼ਨ ਜ਼ਿਆਦਾ ਇੰਪੋਰਟੈਂਟ ਹੈ, ਮੈਨੂੰ ਵੱਧ ਫੈਸਿਲਿਟੀ ਦਿਓ। ਦੂਸਰਾ ਕਹੇਗਾ ਨਹੀਂ ਮੇਰਾ ਇੰਪੋਰਟੈਂਟ ਹੈ, ਮੈਨੂੰ ਵੱਧ ਫੈਸਿਲਿਟੀ ਦਿਓ। ਸੋ ਇਹਦੇ ਨਾਲ ਕੀ ਹੋਏਗਾ, ਪ੍ਰੋਬਲਮਸ ਕ੍ਰੀਏਟ ਹੋਣੀਆਂ ਸਟਾਰਟ ਹੋ ਜਾਣਗੀਆਂ, ਨੈਸ਼ਨਲ ਯੂਨਿਟੀ ਟੋਟਲੀ ਡਿਸਟਰੋਏ ਹੋ ਜਾਏਗੀ। ਸੋਸ਼ਲ ਹਾਰਮਨੀ ਮੇ ਗੈਟ ਆਫ ਦਾ ਡਿਸਟਰਬੈਂਸ, ਕਹਿੰਦੇ ਸਮਾਜਿਕ ਇਕਸੁਰਤਾ ਭੰਗ ਹੋ ਜੂਗੀ, ਕਿਉਂਕਿ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ, ਫਿਰ ਉਹਨਾਂ ਦੇ ਵਿੱਚ ਏਕਤਾ ਨਹੀਂ ਹੋਏਗੀ, ਸਾਰੇ ਇੱਕ ਦੂਜੇ ਨੂੰ ਡਾਊਨ ਕਰਦੇ ਰਹਿਣਗੇ। ਅਗੇਂਸਟ ਦਾ ਸੋਸ਼ਲ ਨੇਚਰ ਆਫ ਮੈਨ, ਹਿਊਮਨ ਦੇ ਨੇਚਰ ਦੇ ਵਿਰੁੱਧ ਹੈ। ਹਿਊਮਨ ਨੇਚਰ ਕਿਸੇ ਇੱਕ ਗਰੁੱਪ 'ਚ ਨਹੀਂ ਰਹਿ ਸਕਦਾ। ਹਿਊਮਨ ਦਾ ਨੇਚਰ ਹੈ ਵੀ ਉਹ ਵਰਲਡ ਵਾਈਡ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ, ਉਹ ਕਿਸੇ ਇੱਕ ਗਰੁੱਪ, ਇੱਕ ਕੀਤੇ ਦੇ ਵਿੱਚ ਰਹਿਣਾ ਨਹੀਂ ਪਸੰਦ ਕਰਦਾ। ਅਨਵਾਈਡਲੀ ਸਾਈਜ਼ ਆਫ ਦ ਲੈਜਿਸਲੇਟਿਵ ਅਸੈਂਬਲੀ, ਕਹਿੰਦੇ ਲੈਜਿਸਲੇਟਿਵ ਅਸੈਂਬਲੀ ਦਾ ਤਾਂ ਫਿਰ ਆਕਾਰ ਹੀ ਬਹੁਤ ਜ਼ਿਆਦਾ ਵੱਧ ਜਾਣਾ ਹੈ, ਕਿਉਂਕਿ ਵੱਖਰੇ ਵੱਖਰੇ ਲੋਕ, ਉਹਨਾਂ ਦੇ ਪ੍ਰੋਫੈਸ਼ਨ, ਫਿਰ ਸਾਰਿਆਂ ਨੂੰ ਰਿਪਰੈਜ਼ੈਂਟੇਸ਼ਨ ਦੇਣਾ, ਕਹਿੰਦੇ ਬਹੁਤ ਸਿਸਟਮ ਔਖਾ ਹੋ ਜਾਣਾ ਹੈ। ਨੋ ਪ੍ਰੋਵੀਜ਼ਨ ਆਫ ਦਾ ਮਿਨੋਰਿਟੀ ਰਿਪਰੈਜ਼ੈਂਟੇਸ਼ਨ, ਕਹਿੰਦੇ ਘੱਟ ਗਿਣਤੀ ਦੀ ਪ੍ਰਤੀਨਿਧਤਾ ਦਾ ਕੋਈ ਪ੍ਰਬੰਧ ਨਹੀਂ, ਕਹਿੰਦੇ ਕਿਉਂਕਿ ਭਾਸ਼ਾ, ਧਰਮ, ਸੱਭਿਆਚਾਰ ਦੇ ਬੇਸ ਤੇ ਵੀ ਲੋਕ ਤਾਂ ਵੱਖਰੇ ਵੱਖਰੇ ਨੇ। ਸੋ ਕਿਸੇ ਨੂੰ ਫਿਰ ਕਹਿੰਦੇ ਇਹਦੇ ਵਿੱਚ ਪ੍ਰਤੀਨਿਧਤਾ ਨਹੀਂ ਮਿਲ ਪਾਣੀ ਫਿਰ, ਠੀਕ ਹੈ। ਮਤਲਬ ਕਿਸੇ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਨੇ ਉਹ ਇੱਕ ਦੂਜੇ ਤੋਂ ਵੱਧ ਚੜ ਕੇ ਕੰਮ ਕਰਨਗੇ, ਡਾਊਨ ਦੇ ਜਿਹੜੇ ਆਲਰੇਡੀ ਪਹਿਲਾਂ ਡਾਊਨ ਚੀਜ਼ਾਂ ਨੇ ਉਹ ਆਲਰੇਡੀ ਫਿਰ ਡਾਊਨ ਹੀ ਹੋ ਜਾਣੀਆਂ। ਨੈਰੋ ਡਾਊਨ ਦਾ ਥਿੰਕਿੰਗ ਆਫ ਐਨ ਇੰਡੀਵਿਜੂਅਲ, ਵਿਅਕਤੀ ਦੀ ਸੋਚ ਜਿਹੜੀ ਹੈ ਨਾ ਬਿਲਕੁਲ ਛੋਟੀ ਹੋ ਜਾਏਗੀ, ਉਹ ਦੂਜੇ ਦੇ ਕੰਮਾਂ ਦੀ ਤਾਂ ਪਰਵਾਹ ਨਹੀਂ ਕਰੇਗਾ, ਉਸਨੂੰ ਹੋਏਗਾ ਬਸ ਜੋ ਮੈਂ ਕਹਿਤਾ, ਜੋ ਮੇਰਾ ਪ੍ਰੋਫੈਸ਼ਨ ਹੈ ਜਸਟ ਉਹੀ ਠੀਕ ਹੈ, ਬਾਕੀਆਂ ਦੇ ਪ੍ਰੋਫੈਸ਼ਨ ਦੇ ਨਾਲ ਉਸਨੂੰ ਕੋਈ ਮਤਲਬ ਹੀ ਨਹੀਂ ਰਹਿ ਜਾਣਾ। ਕਲੀਅਰ। ਸੋ ਇਸ ਤਰ੍ਹਾਂ ਕਿ ਜਿਹੜੇ ਇਹ ਪਰਸਨ ਹੈਗੇ ਨੇ, ਕਹਿੰਦੇ ਕਿ ਦੋ ਤਰ੍ਹਾਂ ਦੀਆਂ ਇਲੈਕਸ਼ਨਸ ਕਰਵਾਈਆਂ ਨੇ, ਤੇ ਕਿਹੜੀਆਂ ਇਲੈਕਸ਼ਨ ਗੁੱਡਸ ਨੇ ਤੇ ਬੈਡ ਨੇ, ਉਹਨਾਂ ਦੇ ਬਾਰੇ ਵਿੱਚ ਮੈਂ ਤੁਹਾਨੂੰ ਕਲੀਅਰਲੀ ਦੱਸਦਾ। ਟੌਪਿਕ ਜਿਹੜਾ ਹੈਗਾ ਇੱਥੇ ਖਤਮ ਹੁੰਦਾ ਹੈ।